ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 52 ਅੱਖਰੀ ਦੇ ਸਲੋਕ ਸ਼ੁਰੂ ਹੋ ਰਹੇ ਹਨ ਜੀ। ਸੋ ਅੱਜ 52 ਅੱਖਰੀ ਮਹੱਲੇ ਪੰਜਵੇਂ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਗੌੜੀ 52 ਅੱਖਰੀ ਮਹੱਲਾ ਪੰਜਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ। ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਧਨ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਸਾਂਤ ਸੁਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰੂ ਗਿਆਨ ਮੰਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਸਲੋਕ। ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਏਕੋ ਰਵ ਰਿਆ ਦੂਸਰ ਹੋਆ ਨ ਹੋਗ। ਪੌੜੀ। ਓਮ ਸਾਧ ਸਤਿਗੁਰ ਨਮਸਕਾਰ ਆਦ ਮਤ ਅੰਤ ਨਿਰੰਕਾਰ। ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨਤ ਆਪ ਹੀ ਜਾਸਨ। ਆਪਨ ਆਪ ਆਪਿਓ ਪਾਇਓ ਆਪੇ ਬਾਪ ਆਪੇ ਹੀ ਮਾਇਓ। ਆਪੇ ਸੂਖਮ ਆਪੇ ਅਸਥੂਲਾ ਲਖੀ ਨ ਜਾਈ ਨਾਨਕ ਲੀਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਰਹਾਓ। ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਰੂਪ ਗੁਰਦੇਵ ਗੁਰਸ਼ਬਦ ਗੁਰਬਾਣੀ ਨਾਮ ਹੀ ਮੇਰਾ ਸਭ ਕੁਛ ਹੈ। ਸੋ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮੇਸ਼ਰ ਰੂਪ ਗੁਰਦੇਵ ਤੂੰ ਹੀ ਮੇਰੀ ਮਾਤਾ ਮੇਰਾ ਪਿਤਾ ਅਤੇ ਤੁਸੀਂ ਹੀ ਮੇਰਾ ਸੁਆਮੀ ਪਰਮੇਸ਼ਰ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਦੇਵ ਹੀ ਮੇਰਾ ਸਾਥੀ ਅਗਿਆਨ ਦਾ ਨਾਸ਼ਕ ਸੰਬੰਧੀ ਅਤੇ ਸਕਾ ਭਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਦੇਵ ਦਾਤਾ ਹੈ ਜੀ ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਉਪਦੇਸ਼ਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਦੇਵ ਦੀ ਸਿੱਖਿਆ ਅਚੁੱਕ ਅਥਵਾ ਸਥਾਈ ਪ੍ਰਭਾਵ ਵਾਲੀ ਹੈ ਜੀ। ਪਰਮੇਸ਼ਰ ਗੁਰਦੇਵ ਸ਼ਾਂਤੀ ਸੱਚਾਈ ਅਤੇ ਬੁੱਧੀ ਦਾ ਸਰੂਪ ਹੈ ਜੀ ਅਤੇ ਗੁਰਦੇਵ ਹੀ ਪਾਰਸ ਹੈ ਜੀ ਜਿਸ ਦੀ ਚੋਣ ਨਾਲ ਗੁਰਮੁਖ ਜਗਿਆਸੂ ਇਸ ਜਗਤ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਦੇਵ ਹੀ ਤੀਰਥ ਹੈ ਅੰਮ੍ਰਿਤ ਦਾ ਸਰੋਵਰ ਹੈ ਜੀ। ਗੁਰੂ ਦੇ ਗਿਆਨ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੇ ਵਿੱਚ ਕੀਤਾ ਇਸ਼ਨਾਨ ਪਰਮ ਸ੍ਰੇਸ਼ਟ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਦੇਵ ਹੀ ਸੰਸਾਰ ਦਾ ਕਰਤਾ ਹੈ ਜੀ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ ਜੀ ਅਤੇ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰੂਪ ਗੁਰਦੇਵ ਆਦ ਜੁਗਾਦ ਅਤੇ ਯੁਗਾਂ ਜੁਗਾਂਤਰਾਂ ਤੋਂ ਚੱਲਿਆ ਆ ਰਿਹਾ ਹੈ ਜੀ ਅਤੇ ਪਰਮੇਸ਼ਰ ਰੂਪ ਹਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਮੰਤਰ ਨੂੰ ਜਪ ਕੇ ਉਧਰ ਚਾਹੀਦਾ ਹੈ ਜੀ। ਉਸ ਦਾ ਸਾਡਾ ਉਧਾਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਆਪਣੀ ਕਿਰਪਾ ਕਰਕੇ ਸਾਡੇ ਉੱਤੇ ਸਾਨੂੰ ਕਿਰਪਾ ਕਰੋ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ
ਰੂਪ ਗੁਰਦੇਵ ਦੀ ਸੰਗਤ ਵਿੱਚ ਮਿਲ ਬਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗ ਕੇ ਅਸੀਂ ਮੂਰਖ ਪਾਪੀ ਇਸ ਭਵ ਸਾਗਰ ਸੰਸਾਰ ਤੋਂ ਤਰ ਜਾਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਤੇ ਪਰਮੇਸ਼ਰ ਰੂਪ ਹਰ ਰੂਪ ਗੁਰਦੇਵ ਨੂੰ ਸਾਡੀ ਨਮਸਕਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਪਰਮੇਸ਼ਰ ਨੇ ਆਪ ਕੀਤੀ ਕਰਾਈ ਹੈ ਜੀ ਅਤੇ ਆਪ ਹੀ ਕਰਨ ਦੇ ਯੋਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇੱਕ ਆਪ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ ਜੀ, ਵਿਆਪਕ ਹੈ ਜੀ। ਉਸ ਤੋਂ ਬਿਨਾਂ ਦੂਜਾ ਕੋਈ ਹੋਰ ਨਾ ਹੋਇਆ ਹੈ ਜੀ ਅਤੇ ਨਾ ਹੀ ਹੋਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਊੜੇ ਅੱਖਰ ਅਨੁਸਾਰ ਸਾਡੀ ਉਸ ਏਕ ਓਂਕਾਰ ਪਰਮੇਸ਼ਰ ਨੂੰ ਨਮਸਕਾਰ ਹੈ ਜੀ, ਜੋ ਆਪ ਹੀ ਸਾਧੂ ਅਥਵਾ ਗੁਰੂ ਦਾ ਰੂਪ ਧਾਰਨ ਕਰਦਾ ਹੈ ਜੀ। ਫਿਰ ਇਸ ਸ੍ਰਿਸ਼ਟੀ ਦੇ ਆਦਿ ਮੱਧ ਅਤੇ ਅੰਤ ਵਿੱਚ ਉਹ ਨਿਰਾਕਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਆਪ ਹੀ ਸੁਨ ਰੂਪ ਹੈ ਜੀ ਅਤੇ ਆਪ ਹੀ ਸੁਖ ਆਸਣ ਉੱਤੇ ਸਥਿਤ ਹੈ ਜੀ ਅਤੇ ਆਪ ਹੀ ਗੁਰਸ਼ਬਦ ਗੁਰਬਾਣੀ ਨਾਮ ਦੇ ਜਸ ਅਤੇ ਗਾਉਂਦਾ ਹੈ ਜੀ ਅਤੇ ਆਪ ਹੀ ਉਸ ਨੂੰ ਸੁਣਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਆਪਣੇ ਆਪ ਨੂੰ ਆਪ ਹੀ ਉਸਨੇ ਪੈਦਾ ਕੀਤਾ ਹੈ ਜੀ ਅਤੇ ਆਪ ਹੀ ਪਿਤਾ ਆਪੇ ਹੀ ਮਾਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਆਪ ਹੀ ਸੂਖਮ ਅਤੇ ਆਪ ਹੀ ਸਥੂਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਗੁਰਦੇਵ ਦੀ ਇਸ ਲੀਲਾ ਵੇਖੀ ਨਹੀਂ ਜਾ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਦੀਨ ਦਿਆਲ ਪਰਮੇਸ਼ਰ ਮੇਰੇ ਉੱਤੇ ਕਿਰਪਾ ਕਰੋ ਤਾਂ ਜੋ ਮੇਰਾ ਮਨ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰਦੇਵ ਦੇ ਚਰਨਾਂ ਦੀ ਧੂੜ ਬਣਿਆ ਰਹੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥ ਹੈ ਜੀ ਅਤੇ ਸਭ ਵਿੱਚ ਵਿਆਪਕ ਹੈ ਜੀ। ਪਰਮੇਸ਼ਰ ਆਪਣੇ ਆਪ ਹੋਂਦ ਵਿੱਚ ਆਇਆ ਹੈ ਜੀ। ਇਹ ਸਾਰੀ ਸ੍ਰਿਸ਼ਟੀ ਉਸ ਦੀ ਲੀਲਾ ਖੇਡ ਹੈ, ਉਸ ਦੀ ਹੀ ਸਜਾਈ ਹੋਈ ਹੈ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ ਕਿ ਮੇਰੇ ਉੱਤੇ ਬੇਨਤੀ ਕਰਦੇ ਹਨ ਕਿ ਹੇ ਦੀਨਾਂ ਦੇ ਦੀਨ ਦਿਆਲ ਪਰਮੇਸ਼ਰ ਰੂਪ ਗੁਰਦੇਵ ਮੇਰੇ 'ਤੇ ਆਪਣੀ ਕਿਰਪਾ ਕਰੋ ਤਾਂ ਜੋ ਮੈਂ ਤੁਹਾਡੇ ਰੂਪ ਪਰਮੇਸ਼ਰ ਰੂਪ ਗੁਰਦੇਵ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਮੈਂ ਜੁੜ ਸਕਾਂ ਜੀ। ਜਿਸ ਤਰ੍ਹਾਂ ਸਾਨੂੰ ਸੰਸਾਰਕ ਵਿੱਦਿਆ ਪੜ੍ਹਨ ਲਈ ਮਾਸਟਰ ਦੀ ਟੀਚਰ ਦੀ ਲੋੜ ਪੈਂਦੀ ਹੈ ਜੀ, ਉਸੇ ਤਰ੍ਹਾਂ ਅਧਿਆਤਮਕ ਖੇਤਰ ਵਿੱਚ ਵੀ ਗੁਰਸ਼ਬਦ ਗੁਰਬਾਣੀ ਨਾਮ ਦੇ ਦੁਆਰਾ ਗੁਰਬਾਣੀ ਨੂੰ ਗੁਰੂ ਵਾਲਾ ਬਣਨਾ ਹੈ ਜੀ ਅਤੇ ਜਗਿਆਸੂ ਗੁਰਮੁਖਾਂ ਦੇ ਹਿਰਦੇ ਅੰਦਰ ਸਭ ਤੋਂ ਪਹਿਲਾਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੀ ਸਿਫਤ ਸਲਾਹ ਆਵੇ ਜੀ। ਫਿਰ ਉਹ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨੂੰ ਮਾਤਾ ਪਿਤਾ ਕਰਤਾ ਧਰਤਾ ਭਾਵ ਸਭ ਕੁਝ ਜਾਣੇ ਜੀ ਅਤੇ ਆਪਣੇ ਆਪ ਨੂੰ ਨਾ ਸਮਝ ਕਰਕੇ ਪਰਮੇਸ਼ਰ ਰੂਪ ਗੁਰਦੇਵ ਅੱਗੇ ਬੇਨਤੀਆਂ ਅਤੇ ਅਰਦਾਸ ਕਰਦਾ ਰਹੇ ਜੀ ਕਿ ਇਸ ਸੰਸਾਰ ਸਾਗਰ ਤੋਂ ਕਿਸ ਤਰ੍ਹਾਂ ਪਾਰ ਹੋ ਸਕੀਦਾ ਹੈ ਜੀ ਤੇ ਕਿਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨਾ ਹੈ ਜੀ। ਇਹ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ ਕਿ ਆਪਣੀ ਮਿਹਰ ਤੇ ਕਿਰਪਾ ਕਰਕੇ
ਸਾਨੂੰ ਆਪਣੇ ਨਾਲ ਜੋੜੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਗੁਰਮੁਖ ਜਗਿਆਸੂ ਦਾ ਹਿਰਦਾ ਭਾਵਨਾ ਤੇ ਗੁਰਸ਼ਬਦ ਗੁਰਬਾਣੀ ਨਾਲ ਇਕਮਿਕ ਹੋ ਜਾਵੇ ਜੀ, ਤਾਂ ਪਰਮੇਸ਼ਰ ਰੂਪ ਗੁਰੂ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ ਜੀ। ਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦਾ ਨਿਰੋਧਰ ਮੰਤਰ ਜਦੋਂ ਹਿਰਦੇ ਵਿੱਚ ਵਸ ਜਾਵੇ ਜੀ, ਉਦੋਂ ਸਮਝੋ ਕਿ ਇਸ ਜਗਤ ਵਿੱਚ ਆਉਣਾ ਤੁਹਾਡਾ ਸਫਲ ਹੈ ਜੀ। ਫਿਰ ਨਿਰੋਧਰ ਉਸ ਮੰਤਰ ਦਾ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ, ਜਿਸ ਦਾ ਅਸਰ ਰੋਕਿਆ ਨਹੀਂ ਜਾ ਸਕਦਾ ਜੀ। ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੇ ਮੰਤਰ ਦਾ ਅਸਰ ਕਿਸੇ ਹੋਰ ਮੰਤਰ ਨਾਲ ਬੇਅਸਰ ਨਹੀਂ ਹੋ ਸਕਦਾ ਜੀ। ਇਸ ਲਈ ਇਸ ਨੂੰ ਨਿਰੋਧਰ ਮੰਤਰ ਆਖਿਆ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਵਾਹਿਗੁਰੂ ਆਪ ਹੀ ਸੂਖਮ, ਨਿਰਗੁਣ ਤੇ ਅਸਥੂਲ ਸਰੂਪ ਵਿੱਚ ਵਿਚਰ ਕੇ ਇਹ ਸਾਰੀ ਸ੍ਰਿਸ਼ਟੀ ਸਾਜ ਕੇ ਲੀਲਾ ਕਰ ਰਿਹਾ ਹੈ ਜੀ। ਪਰਮੇਸ਼ਰ ਗੁਰਦੇਵ ਤੋਂ ਸ੍ਰਿਸ਼ਟੀ ਦੇ ਸਿਰਜਣਹਾਰ ਬਿਨਾਂ ਸਦੀਵੀ ਹੋਂਦ ਵਾਲਾ ਹੋਰ ਕੋਈ ਵਿਅਕਤੀ ਨਹੀਂ ਹੈ ਜੀ। ਪਰਮੇਸ਼ਰ ਰੂਪ ਰਾਮ ਅਤੇ ਉਸਦੇ ਗੁਰਮੁਖ ਰੂਪ ਸੰਤਾਂ ਵਿੱਚ ਕੋਈ ਭੇਦ ਨਹੀਂ ਹੈ ਜੀ। ਇਸ ਲਈ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮਨ ਨੂੰ ਗੁਰਬਾਣੀ ਨਾਲ ਨਿਮਾਣਾ ਹੋ ਕੇ ਜੋੜੋ ਜੀ, ਕਿਉਂਕਿ ਪਰਮੇਸ਼ਰ ਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤ ਵਿੱਚ, ਸਾਧ ਸੰਗਤ ਵਿੱਚ ਕੋਈ ਭੇਦ ਨਹੀਂ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।